Hello, good morning, student. Myself Abhay again with you with my next lecture. In the today's lecture, we will discuss about the impact of organic farming on production and productivity. So here, what topics, what you understood from the topic that we will discuss what are the different type of effects or what are the different type of results we will get if we are doing organic farming instead of use of chemical fertilizers. ਬੇਟਾ ਅਗਰ ਅਸੀਂ ਕੈਮੀਕਲ ਫਰਟੀਲਾਈਜ਼ਰ ਨਾ ਯੂਜ਼ ਕਰਦੇ ਹੋਏ ਅਸੀਂ ਔਰਗੈਨਿਕ ਫਾਰਮਿੰਗ ਵੱਲ ਸਵਿਚ ਕਰਦੇ ਹਾਂ ਤੇ ਸਾਨੂੰ ਐਟ ਦੈਟ ਟਾਈਮ ਵਟ ਟਾਈਪ ਆਫ ਰਿਜ਼ਲਟਸ ਵੀ ਵਿਲ ਗੈਟ ਓਵਰ production and productivity. So we will see what type of results we will get. So let's start with the large scale use of fertilizers and other agrochemicals. ਕਹਿੰਦੇ ਜਦੋਂ ਅਸੀਂ ਬਹੁਤ ਸਾਰੇ ਤੁਸੀਂ ਲਾਸਟ ਲੈਕਚਰ 'ਚ ਵੀ ਪੜ੍ਹਿਆ ਹੈ ਕਿ ਜਦੋਂ ਅਸੀਂ ਬਹੁਤ ਸਾਰੇ ਕੈਮੀਕਲ ਫਰਟੀਲਾਈਜ਼ਰ ਯੂਜ਼ ਕਰਦੇ ਹਾਂ ਜਿੱਦਾਂ ਐਗਰੋਕੈਮੀਕਲ ਯੂਜ਼ ਕਰਦੇ ਹਾਂ ਆਪਣੇ ਰਸਾਇਣਿਕ ਪਦਾਰਥ ਯੂਜ਼ ਕਰਦੇ ਹਾਂ तो बेटा उदों कहते अप्रॉक्सीमेटली कोइनसाइडेड विद अलार्मिंग ग्रोथ ऑफ पॉपुलेशन. बेटा वी यूज़ केमिकल फर्टिलाइज़र जस्ट टू increase the productivity. That productivity ultimately overcome the requirement of food for the overgrowing population. So ultimately if we are using chemical fertilizer, obviously they will help, use of chemical fertilizer helps us to meet the requirement of the overgrowing population regarding food. ਸੋ ਬੇਟਾ ਜਿਹੜੀ ਅਸੀਂ ਕੈਮੀਕਲ ਫਰਟੀਲਾਈਜ਼ਰ ਯੂਜ਼ ਕਰਦੇ ਹਾਂ ਤਾਂ ਸਾਡੇ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਜਿਹੜੀ ਸਾਡੀ ਪਾਪੂਲੇਸ਼ਨ ਹੈ ਉਹਦੇ ਲਈ ਜਿਹੜੀ ਫੂਡ ਰਿਕੁਆਇਰਮੈਂਟ ਹੈ ਉਹ ਪੂਰੀ ਹੁੰਦੀ ਹੈ. ਨੋ ਡਾਊਟ ਕਹਿੰਦੇ ਜੇ ਜੋ ਤੁਸੀਂ ਯੂਜ਼ ਕਰਦੇ ਹੋ ਇਟ ਇਜ਼ ਫ੍ਰੀਕੁਐਂਟਲੀ ਹੈਲਡ ਬਾਈ ਐਡਵੋਕੇਟਸ ਆਫ ਕੈਮੀਕਲ ਫਾਰਮਿੰਗਸ ਦੈਟ ਕਹਿੰਦੇ ਜਿਹੜੇ ਕੈਮੀਕਲ ਫਾਰਮਿੰਗਸ ਕਰਦੇ ਨੇ ਉਹ ਦੱਸਦੇ ਨੇ ਕਿ ਗਲੋਬਲ ਫੂਡ ਕ੍ਰਾਈਸਿਸ ਇਜ਼ greatly mitigated by leap in agricultural production. ਕਹਿੰਦੇ ਜਦੋਂ ਅਸੀਂ ਕੈਮੀਕਲ ਫਰਟੀਲਾਈਜ਼ਰ ਯੂਜ਼ ਕਰਦੇ ਹਾਂ ਉਹਦੇ ਨਾਲ ਬੇਟਾ ਇੰਨੀ ਜ਼ਿਆਦਾ ਇੱਕ ਤੁਸੀਂ ਕਹਿ ਲਓ ਲੀਪ ਮਤਲਬ ਇੰਨੀ ਲੰਬੀ ਛਲਾਂਗ ਲੱਗ ਜਾਂਦੀ ਹੈ ਸਾਡੀ ਪ੍ਰੋਡਕਸ਼ਨ ਦੇ ਵਿੱਚ ਕਿ ਅਸੀਂ ਜਿੰਨਾ ਵੀ ਸਾਡੇ ਕੋਲ ਫੂਡ ਦੀ ਕਮੀ ਸੀ ਉਹ ਪੂਰੀ ਹੋ ਜਾਂਦੀ ਹੈ. ਠੀਕ ਹੈ, ਕੈਮੀਕਲ ਫਰਟੀਲਾਈਜ਼ਰ ਨਾਲ ਇੰਨੀ ਪ੍ਰੋਡਕਸ਼ਨ ਆਉਂਦੀ ਹੈ ਕਿ ਸਾਡੇ ਕੋਲ ਫੂਡ ਦੀ ਕੋਈ ਕਮੀ ਨਹੀਂ ਰਹਿੰਦੀ. ਅਸੀਂ ਫੂਡ ਦੀ ਕਮੀ ਨੂੰ ਪੂਰਾ ਕਰ ਲੈਂਦੇ ਹਾਂ ਜਿਹਦੇ ਕਿ ਕਿਉਂ ਹੋ ਜਾਂਦੀ ਹੈ ਕਿਉਂਕਿ ਅਸੀਂ ਲਾਰਜ ਸਕੇਲ 'ਤੇ ਕੀ ਯੂਜ਼ ਕੀਤੇ ਹੁੰਦੇ ਨੇ ਕੈਮੀਕਲ ਫਰਟੀਲਾਈਜ਼ਰਸ. ਬਟ ਕਹਿੰਦੇ ਦੇ ਆਲਸੋ emphatically hold a view that any attempt to switch over to organic farming ਕਹਿੰਦੇ ਇੱਕ ਬੇਟਾ ਇੱਕ ਜੇ ਅਸੀਂ ਸਮਾਨ ਰੂਪ ਵਿੱਚ ਦੇਖੀਏ ਕਿ ਵੀ ਇਫ ਯੂ ਆਰ ਸਵਿਚ ਓਵਰ ਟੂ ਔਰਗੈਨਿਕ ਫਾਰਮਿੰਗ ਬੇਟਾ ਕਹਿੰਦੇ ਸਾਡੇ ਕੋਲ ਵਿਚ ਇਜ਼ ਬੇਟਾ ਔਰਗੈਨਿਕ ਫਾਰਮਿੰਗ ਕਹਿੰਦੀ ਕਿ ਵਿਚ ਇਜ਼ ਟੈਂਟ ਅਮਾਊਂਟ ਟੂ ਰਿਡਿਊਸ or reduced or zero use of chemicals. ਬੇਟਾ ਔਰਗੈਨਿਕ ਫਾਰਮਿੰਗ ਕਹਿੰਦੀ ਹੈ ਕਿ ਅਸੀਂ ਬਿਲਕੁਲ ਨਹੀਂ ਯੂਜ਼ ਕਰਨਾ ਕੈਮੀਕਲਸ ਫਰਟੀਲਾਈਜ਼ਰਸ ਨੂੰ. ਠੀਕ ਹੈ, ਔਰ ਉਹਦੇ ਨਾਲ ਕੀ ਹੋਏਗਾ ਬੇਟਾ ਜੇ ਅਸੀਂ ਕੈਮੀਕਲ ਫਰਟੀਲਾਈਜ਼ਰ ਨਹੀਂ ਯੂਜ਼ ਕਰਦੇ ਅਤੇ ਬੇਟਾ ਜਿਹੜੀ ਸਾਡੇ ਕੋਲ ਗਲੋਬਲ ਕ੍ਰਾਈਸਿਸ ਇਨ ਫੂਡ ਪ੍ਰੋਡਕਸ਼ਨ ਹੈ ਉਹ ਹੋਣੀ ਸ਼ੁਰੂ ਹੋ ਜਾਏਗੀ. ਸਾਡੇ ਕੋਲ ਖਾਣੇ ਦੀ ਕਮੀ ਆਉਣੀ ਸ਼ੁਰੂ ਹੋ ਜਾਏਗੀ. ਕਿਉਂਕਿ ਕੈਮੀਕਲ ਫਰਟੀਲਾਈਜ਼ਰ ਨਾਲ ਤਾਂ ਪ੍ਰੋਡਕਸ਼ਨ ਵੱਧਦੀ ਆ ਬਟ ਜਦੋਂ ਅਸੀਂ ਕੈਮੀਕਲ ਫਰਟੀਲਾਈਜ਼ਰ ਇਫ ਵੀ ਆਰ ਨਾਟ ਯੂਜ਼ਿੰਗ ਕੈਮੀਕਲ ਫਰਟੀਲਾਈਜ਼ਰ ਅਲਟੀਮੇਟਲੀ ਇਟ ਵਿਲ ਕ੍ਰੀਏਟ ਕ੍ਰਾਈਸਿਸ ਇਨ ਫੂਡ ਪ੍ਰੋਡਕਸ਼ਨ. ਜੇ ਇਹਨਾਂ ਫੂਡ ਦੇ ਪ੍ਰੋਡਕਟਿਵਿਟੀ 'ਚ ਕਮੀ ਆਏਗੀ ਅਤੇ ਜਦੋਂ ਕਮੀ ਆਏਗੀ ਤਾਂ ਬੇਟਾ ਇਹਦੇ ਨਾਲ ਸਾਡੇ ਕੋਲ ਪਤਾ ਲੱਗਾ ਹੈ ਕਿ ਜੇ ਅਸੀਂ ਔਰਗੈਨਿਕ ਫਾਰਮਿੰਗ ਨੂੰ ਲਾਰਜ ਸਕੇਲ 'ਤੇ ਸ਼ੁਰੂ ਕਰਦੇ ਹਾਂ ਇਹ ਜਿਹੜੇ ਸਾਡੇ ਸ਼ੁਰੂਆਤੀ ਸਾਲਾਂ ਦੇ ਵਿੱਚ ਜਦੋਂ ਅਸੀਂ ਜੈਵਿਕ ਖੇਤੀ ਸ਼ੁਰੂ ਕਰਦੇ ਹਾਂ ਉਦੋਂ ਸਾਡੀ ਜਿਹੜੀ ਪੈਦਾਵਾਰ ਹੈ ਉਹ ਘੱਟ ਜਾਂਦੀ ਹੈ. ਠੀਕ ਹੈ, ਸ਼ੁਰੂਆਤੀ ਸਾਲਾਂ ਦੇ ਵਿੱਚ ਪੈਦਾਵਾਰ ਸਾਡੀ ਘੱਟ ਜਾਂਦੀ ਹੈ ਕਿਉਂਕਿ ਅਸੀਂ ਉਹਨੂੰ ਕੈਮੀਕਲ ਫਰਟੀਲਾਈਜ਼ਰ ਨਾ ਦੇ ਕੇ ਅਸੀਂ ਉਹਨੂੰ ਜੈਵਿਕ ਖਾਦ ਦਿੰਦੇ ਹਾਂ ਔਰਗੈਨਿਕ ਫਾਰਮਿੰਗ ਦੇ ਥਰੂ. ਤੋ ਬੇਟਾ ਉਹ ਜਿਹੜੀ ਜੇ ਅਸੀਂ ਦੇਖੇ ਜਾਈਏ ਜਿਹੜੀ ਸਾਡੇ ਕੋਲ ਰਿਐਲਿਟੀ ਦੇ ਵਿੱਚ ਕੀ ਇੱਕ ਤਰ੍ਹਾਂ ਦੀ ਕੀ ਹੈ ਡਾਊਟ ਹੈ ਸਾਡੇ ਨਹੀਂ ਕਿ ਜਿਹੜਾ ਉਹ ਵੈਲਿਡ ਨਹੀਂ ਹੈ
कि ਓਬਵੀਅਸ ਜਦੋਂ ਪੈਦਾਵਾਰ ਹੀ ਨਹੀਂ ਸਾਡੇ ਕੋਲ ਉਹ ਜ਼ਿਆਦਾ ਹੋਣੀ ਤਾਂ ਫਿਰ ਬੇਟਾ ਉਹ ਸਾਡੇ ਲਈ ਇੱਕ ਪ੍ਰੋਬਲਮ ਕ੍ਰੀਏਟ ਕਰੇਗੀ। ਅਤੇ ਕਹਿੰਦੇ ਇਫ ਇਟ ਇਜ਼ ਆਲਰੇਡੀ ਪ੍ਰੂਵਡ ਐਕਸਪੈਰੀਮੈਂਟਲੀ ਦੈਟ ਯੀਲਡ ਆਫ ਪੈਡੀ wheat and many other food crops are reduced in the initial 2-3 years after supplying the nutrients only through organic sources। ਬੇਟਾ ਕਹਿੰਦੇ ਅਗਰ ਅਸੀਂ ਜੇ ਜੈਵਿਕ ਖਾਦਾਂ ਪਾਉਂਦੇ ਹਾਂ, ਠੀਕ ਹੈ, ਜਦੋਂ ਅਸੀਂ ਕੈਮੀਕਲ ਫਰਟੀਲਾਈਜ਼ਰ ਵਾਲੀ ਖੇਤੀ ਨੂੰ ਛੱਡ ਕੇ ਅਸੀਂ ਔਰਗੈਨਿਕ ਫਾਰਮਿੰਗ ਵੱਲ ਜਾਂਦੇ ਹਾਂ, ਵੈਨ ਵੀ ਸਵਿਚ ਓਵਰ ਫਰੋਮ ਯੂਜ਼ ਆਫ ਕੈਮੀਕਲ ਫਰਟੀਲਾਈਜ਼ਰ ਟੂ ਔਰਗੈਨਿਕ ਫਾਰਮਿੰਗ, so the food crops production are reduced in the initial 2-3 years if we after supplying nutrients to organic sources। ਅਗਰ ਤੁਸੀਂ ਜੈਵਿਕ ਖਾਦਾਂ ਪਾਉਂਦੇ ਹੋ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ ਜ਼ਿਆਦਾ ਨਹੀਂ ਹੁੰਦੀ, ਅਲਟੀਮੇਟਲੀ ਪ੍ਰੋਡਕਸ਼ਨ ਘੱਟ ਜਾਂਦੀ ਹੈ। ਸੋ ਇਨ ਦਿਸ ਬੈਕਗਰਾਊਂਡ ਬੇਟਾ ਇਹਦੇ ਕਰਕੇ ਸਾਡੇ ਕੋਲ ਕਿਹੜੇ ਦੋ ਤਰ੍ਹਾਂ ਦੇ ਇੰਪੈਕਟ ਨੇ ਜਿਹੜੇ ਅਸੀਂ ਅੱਜ ਪੜ੍ਹਨੇ ਨੇ। So here we having two pertinent questions are necessary to be considered to test whether it is viable to adopt organic farming on large scale or not। ਕਹਿੰਦੇ ਜੇ ਅਸੀਂ ਇਹਦੀ ਬੈਕਗਰਾਊਂਡ ਦੇਖੀਏ ਤਾਂ ਸਾਡੇ ਕੋਲ ਦੋ ਬੇਟਾ ਕੁਐਸਚਨਸ ਸਾਡੇ ਕੋਲ ਆ ਜਾਂਦੇ ਨੇ ਕਿ ਜੇ ਅਸੀਂ ਪਹਿਲਾਂ ਅਸੀਂ ਇਹਨਾਂ ਦੋਨਾਂ ਕੁਐਸਚਨਸ ਨੂੰ ਅਗਰ ਇਹ ਸਾਡੇ ਆਨਸਰ ਸਾਨੂੰ ਪ੍ਰੋਪਰ ਮਿਲਦੇ ਨੇ। What are these two questions? These two questions are availability of organic sources of nutrients, second reduced yields। ਤੇ ਕਹਿੰਦੇ ਜੇ ਤੁਸੀਂ ਜਦੋਂ organic farming when you are going to adopt organic farming you must keep in mind these questions कि whether the organic nutrients or organic from where you will get nutrients for the agriculture or for the cultivation of crop, whether they are available to you or not। or second reduced yield, if it will give us a reduced yield, so this will create a problem or impact। so here first of all keep in mind these two questions before starting organic farming। so here the availability of organic source of nutrients, what it says beta, it is obvious that the huge nutrient requirement of these crop is not met by organic sources। कहते या ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਨਿਊਟਰੀਐਂਟ ਰਿਕੁਆਇਰਮੈਂਟ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਔਰ ਉਹ ਇੰਨੇ ਜ਼ਿਆਦਾ ਨਿਊਟਰੀਐਂਟ ਸਾਨੂੰ ਔਰਗੈਨਿਕ ਸੋਰਸਿਸ ਤੋਂ ਨਹੀਂ ਮਿਲਦੇ। ਉਹਦਾ ਰਿਜ਼ਲਟ ਕੀ ਹੁੰਦਾ ਹੈ, ਸਾਨੂੰ ਫਸਲ ਦੀ ਪੈਦਾਵਾਰ ਦੇ ਨਾਲ ਸਫਰ ਕਰਨਾ ਪੈਂਦਾ, ਸਾਡੇ ਕੋਲ ਫਸਲ ਨਹੀਂ ਆ ਪਾਉਂਦੀ ਅਤੇ ਜਿਹਦੇ ਨਾਲ ਨਹੀਂ ਆ ਪਾਉਣ ਕਰਕੇ ਜਿਹੜੀ ਸਾਡੇ ਕੋਲ ਨਿਊਟਰੀਐਂਟ ਡਿਮਾਂਡ ਹੈ, ਠੀਕ ਹੈ, ਉਹ ਔਰਗੈਨਿਕ ਮੈਨਿਓਰਸ ਨਹੀਂ ਪੂਰਾ ਕਰ ਪਾਉਂਦੇ। ਸੋ ਇਹ ਤੋਂ ਸਾਡੇ ਕੋਲ ਕੀ ਹੁੰਦੀ ਹੈ, ਸਾਡੀ ਯੀਲਡ ਜਿਹੜੀ ਹੈ ਔਰਗੈਨਿਕ ਫਾਰਮਿੰਗ ਤੋਂ ਜਿਹੜੀ ਉਹ ਘੱਟ ਆਉਂਦੀ ਹੈ ਜਦੋਂ ਐਜ਼ ਕੰਪੇਅਰ ਟੂ ਕੈਮੀਕਲ ਫਾਰਮਿੰਗ, ਠੀਕ ਹੈ। ਦੈਨ ਬੇਟਾ ਇਸ ਕਰਕੇ ਸਾਡੇ ਇੱਕ ਕੁਐਸਚਨ ਕਿ ਸਾਡੇ ਕੋਲ ਆ ਜਾਂਦਾ ਹੈ ਕਿ it is possible to generate or supply such large quantity of organic manure for entire cultivated area so that the yield level are maintained। ਕੀ ਅਸੀਂ ਬੇਟਾ ਇੰਨੀ ਜ਼ਿਆਦਾ ਨਿਊਟਰੀਐਂਟਸ ਦੇ ਸਕਦੇ ਹਾਂ ਕੈਮੀਕਲ ਫਰਟੀਲਾਈਜ਼ਰ ਦੇ ਬਰਾਬਰ ਕਿ ਜਿਹਦੇ ਨਾਲ ਸਾਡੀ ਪੈਦਾਵਾਰ ਵਧੀਆ ਹੋ ਸਕੇ ਔਰ ਜਿਹੜੀ ਨਿਊਟਰੀਐਂਟ ਡਿਮਾਂਡ ਹੈ ਉਹ ਅਸੀਂ ਉਹਨੂੰ ਮੇਨਟੇਨ ਕਰ ਰੱਖੀਏ। ਅਤੇ ਬੇਟਾ ਇਸ ਕੁਐਸਚਨ ਲਈ ਸਾਡੇ ਦਿਮਾਗ 'ਚ ਕੀ ਆਉਂਦਾ ਹੈ ਕਿ ਅਸੀਂ ਉੱਦਾਂ ਦੇ ਪਹਿਲਾਂ ਅਸੀਂ ਆਪਣੀ ਅਵੇਲੇਬਿਲਿਟੀ ਦੇਖੀਏ ਕਿ ਉਹ ਵਾਲੇ ਔਰਗੈਨਿਕ ਸੋਰਸਿਸ ਹੈ ਨੇ, ਸਾਡੇ ਕੋਲ ਸਾਧਨ ਹੈ ਨੇ ਜਿਹੜੇ ਪੂਰੇ ਨਿਊਟਰੀਐਂਟਸ ਦੇ ਸਕਣ ਫਸਲ ਨੂੰ। ਸੋ ਹੇਅਰ ਕਹਿੰਦੇ ਔਰਗੈਨਿਕ ਫਾਰਮਿੰਗ ਇਜ਼ ਟੂ ਬੀ ਪ੍ਰੈਕਟਾਈਜ਼ਡ ਓਨਲੀ ਵਿਦ ਡਾਈਜੈਸਟਿਡ ਮੈਨਿਓਰ ਐਜ਼ ਅ ਸੋਰਸ ਆਫ ਨਿਊਟਰੀਐਂਟਸ। ਕਹਿੰਦੇ ਜੇ ਤੁਸੀਂ ਔਰਗੈਨਿਕ ਫਾਰਮਿੰਗ ਕਰਦੇ ਹੋ ਮੈਨਿਓਰਸ ਨੂੰ ਯੂਜ਼ ਕਰਕੇ, ਔਰ ਮੈਨਿਓਰ ਕਿਹੜਾ ਹੋਣਾ ਚਾਹੀਦਾ, ਡਾਈਜੈਸਟਿਡ ਜਿਹੜਾ ਪ੍ਰੋਪਰਲੀ ਡੀਕੰਪੋਜ਼ ਹੋਇਆ ਹੋਵੇ ਵਿਦ ਦੀ ਹੈਲਪ ਆਫ ਡੀਕੰਪੋਜ਼ਰਸ। ਅਤੇ ਕਹਿੰਦੇ ਜੇ ਤੁਸੀਂ ਇਹ ਤੋਂ ਬੇਟਾ ਬਿਲਕੁਲ ਕਲੀਅਰ ਹੈ ਕਿ ਜੇ ਤੁਸੀਂ ਇਹਨੂੰ ਸਪਲਾਈ ਕਰਦੇ ਹੋ, ਠੀਕ ਹੈ, ਔਰਗੈਨਿਕ ਮੈਨਿਓਰਸ ਨੂੰ ਬਹੁਤ ਸਾਰੇ ਕਲਟੀਵੇਟਡ ਏਰੀਆ ਦੇ ਵਿੱਚ,
ਬਟ ਜਿਹੜੀ ਅਪਲਾਈ ਕਰਨ ਦੀ ਜਿਹੜੀ ਆਰਗੈਨਿਕ ਫਾਰਮਿੰਗ ਆਰਗੈਨਿਕ ਮੈਨਿਓਰ ਨੂੰ ਜਿਹੜਾ ਤੁਸੀਂ ਅਪਲਾਈ ਕਰਨਾ ਹੈ ਇਹਦੇ ਲਈ ਬੇਟਾ ਤੁਹਾਡੇ ਕੋਲ ਇੱਕ ਮਕਸਦ ਹੋਣਾ ਚਾਹੀਦਾ। ਇਟ ਏਮਸ ਐਟ ਮੇਕਿੰਗ ਦਾ ਪ੍ਰੋਡਕਸ਼ਨ ਸਿਸਟਮ ਸਸਟੇਨੇਬਲ ਐਂਡ ਸੈਲਫ ਸਪੋਰਟਿੰਗ ਬਾਈ ਗਿਵਿੰਗ ਐਬਿਲਿਟੀ ਟੂ ਦ ਸੋਇਲ ਟੂ ਜਨਰੇਟ ਐਂਡ ਸਪਲਾਈ ਰਿਕੁਆਇਰਡ ਕੁਆਂਟਿਟੀ ਆਫ ਨਿਊਟਰੀਐਂਟਸ। ਕਹਿੰਦੇ ਔਰ ਅਸੀਂ ਪਹਿਲਾਂ ਹੀ ਵੀ ਪੜ੍ਹਿਆ ਸੀ ਆਰਗੈਨਿਕ ਫਾਰਮਿੰਗ ਦਾ ਮੇਨ ਪ੍ਰਿੰਸੀਪਲ ਕੀ ਆ ਕਿ ਉਹਨੂੰ ਸੈਲਫ ਸਸਟੇਨੇਬਲ ਔਰ ਸੈਲਫ ਸਪੋਰਟਿਵ ਬਣਾਉਣਾ। ਔਰ ਬੇਟਾ ਤੁਸੀਂ ਆਰਗੈਨਿਕ ਫਾਰਮਿੰਗ ਕਰਨ ਦੇ ਟਾਈਮ 'ਤੇ ਜਦੋਂ ਆਰਗੈਨਿਕ ਮੈਨਿਓਰ ਜੇ ਡਾਈਜੈਸਟਡ ਮੈਨਿਓਰਸ ਦਿੰਦੇ ਵੀ ਹੋ ਤਾਂ ਮੇਕ ਸ਼ੋਰ ਕਿ ਤੁਸੀਂ ਇਹ ਦੇਖੋ ਕਿ ਉਹ ਸਸਟੇਨੇਬਲ ਹੈ, ਉਹ ਸਿਸਟਮ ਪ੍ਰੋਡਕਸ਼ਨ ਸਿਸਟਮ ਸਸਟੇਨੇਬਲ ਹੈ, ਸੈਲਫ ਸਪੋਰਟਿੰਗ ਹੈ। ਜੇ ਉਹ ਹੈ ਤਾਂ ਬੇਟਾ ਇਹਦੇ ਨਾਲ ਕੀ ਹੋਏਗਾ, ਸਾਡੇ ਕੋਲ ਤੁਸੀਂ ਜਿਹੜੇ ਸਾਡੇ ਕੋਲ ਬਾਇਓਮਾਸ ਹੈ ਜਿੰਨਾ ਵੀ ਈਕੋਸਿਸਟਮ ਦੇ ਵਿੱਚ, ਠੀਕ ਹੈ, ਉਹਨੂੰ ਸਾਰੇ ਦੇ ਸਾਰੇ ਨੂੰ ਡਾਈਜੈਸਟ ਕਰਵਾਓਗੇ, ਠੀਕ ਹੈ, ਵਿਦ ਦੀ ਹੈਲਪ ਆਫ ਡੀਕੰਪੋਜ਼ਰਸ। ਉਹ ਡਾਈਜੈਸਟਡ ਸੋਰਸ ਨੂੰ ਐਜ਼ ਅ ਮੈਨਿਓਰ ਤੁਸੀਂ ਫਿਰ ਯੂਜ਼ ਕਰ ਸਕਦੇ ਹੋ। ਅਤੇ ਜਦੋਂ ਤੁਸੀਂ ਇਹਨੇ ਯੂਜ਼ ਕਰੋਗੇ ਪ੍ਰੋਪਰ ਡਾਈਜੈਸਟਿਵ ਮੈਨਿਓਰ ਨੂੰ, ਇਹਦੇ ਨਾਲ ਕੀ ਹੋਏਗਾ ਬੇਟਾ, ਸਾਡੇ ਕੋਲ ਜਿਹੜਾ ਈਕੋਸਿਸਟਮ ਹੈ ਉਹ ਵੀ ਪ੍ਰੋਪਰ ਮੇਨਟੇਨ ਰਹੇਗਾ, ਠੀਕ ਹੈ। ਤਾਂ ਇਹਦੇ ਨਾਲ ਕੀ ਹੋਏਗਾ, ਸਾਡੀ ਜਿਹੜੀ ਨਿਊਟਰੀਐਂਟ ਰਿਕੁਆਇਰਮੈਂਟ ਹੈ ਉਹਦੇ ਲਈ ਕ੍ਰੋਪ ਲਈ ਉਹ ਵੀ ਪੂਰੀ ਹੋਏਗੀ। ਅਤੇ ਜੇ ਬੇਟਾ ਤੁਸੀਂ ਬਾਇਓਮਾਸ ਤੋਂ ਡਾਈਜੈਸਟਡ ਮੈਨਿਓਰ ਬਣਾਉਣਾ ਚਾਹੁੰਦੇ ਹੋ, ਉਹਦੇ ਤੁਸੀਂ ਕੀ ਲੈ ਸਕਦੇ ਹੋ, ਕ੍ਰੋਪ ਦੇ ਬਚੀ ਹੋਈ ਫਸਲਾਂ ਦੇ ਰੈਜ਼ੀਡਿਊਜ਼ ਲੈ ਸਕਦੇ ਹੋ, ਹਾਰਵੈਸਟਿੰਗ ਵੇਸਟ ਜਿੰਨੀ ਹੈ, ਵੀਡਸ ਹੈ, ਕੈਟਲ ਵੇਸਟ ਹੈ, ਅਤੇ ਅਦਰ ਬਾਇਓਮਾਸ ਜਿੰਨਾ ਵੀ ਸਾਡੇ ਕੋਲ ਈਕੋਸਿਸਟਮ ਦੇ ਵਿੱਚ ਹੈਗਾ ਆ, ਉਹ ਸਾਰੇ ਦੇ ਸਾਰਾ ਤੁਸੀਂ ਲੈ ਕੇ ਡਾਈਜੈਸਟਡ ਮੈਨਿਓਰਸ ਬਣਾ ਸਕਦੇ ਹੋ, ਠੀਕ ਹੈ, ਤਿਆਰ ਕਰ ਸਕਦੇ ਹੋ। ਅਤੇ ਬੇਟਾ ਅਗਰ ਜੇ ਡਾਈਜੈਸਟਿਵ ਸੋਰਸ ਮੈਨਿਓਰ ਤੁਹਾਡੇ ਕੋਲ ਰੈਡੀ ਹੈ ਤਾਂ ਉਹਨੂੰ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ, ਕ੍ਰੋਪ ਨੂੰ। ਔਰ ਕ੍ਰੋਪ ਦੀ ਜਿਹੜੀ ਨਿਊਟਰੀਐਂਟ ਰਿਕੁਆਇਰਮੈਂਟ ਉਹ ਜੇ ਪੂਰੀ ਹੋ ਜਾਏਗੀ ਤਾਂ ਅਲਟੀਮੇਟਲੀ ਸਾਡੇ ਕੋਲ ਯੀਲਡ ਵੀ ਜ਼ਿਆਦਾ ਆ ਜਾਏਗੀ। ਅਗਰ ਇਹ ਈਕੋਸਿਸਟਮ 'ਚ ਬਾਇਓਮਾਸ ਸਾਡੇ ਕੋਲ ਘੱਟ ਹੈ ਅਤੇ ਜਿਹੜਾ ਨਿਊਟਰੀਐਂਟ ਸਪਲੀਮੈਂਟਸ ਨੇ ਜਿਹੜੇ ਸਪਲਾਈ ਡਾਈਜੈਸਟਿਵ ਸੋਰਸ ਦੇ ਥਰੂ ਕਰਨੀ, ਉਹ ਕੀ ਹੋਏਗੀ, ਸਾਡੇ ਕੋਲ ਘੱਟ ਹੋ ਜਾਏਗੀ, ਜਿਹਦੇ ਨਾਲ ਪ੍ਰੋਡਕਸ਼ਨ ਵੀ ਸਾਡੇ ਕੋਲ ਘੱਟ ਹੋਏਗੀ, ਠੀਕ ਹੈ। ਤੋ ਸਭ ਤੋਂ ਪਹਿਲਾਂ ਆਪਣੇ ਦਿਮਾਗ 'ਚ ਇੱਕ ਚੀਜ਼ ਰੱਖਣੀ ਹੈ ਕਿ ਸਾਡੇ ਕੋਲ ਆਰਗੈਨਿਕ ਸੋਰਸ ਅਵੇਲੇਬਲ ਹੈ, ਅਗਰ ਹੈ ਤਾਂ ਉਹਦੇ ਤੋਂ ਡਾਈਜੈਸਟਡ ਮੈਨਿਓਰ ਬਣ ਸਕਦੀ ਹੈ। ਅਗਰ ਬਣ ਸਕਦੀ ਹੈ ਕੀ ਉਹ ਡਾਈਜੈਸਟਡ ਮੈਨਿਓਰ ਸਾਡੀ ਨਿਊਟਰੀਐਂਟ ਰਿਕੁਆਇਰਮੈਂਟ ਬਹੁਤ ਸਾਡੀ ਫਸਲ ਦੀ ਪੂਰੀ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ, ਇਹ ਕੁਐਸ਼ਨ ਹੋਣਾ ਚਾਹੀਦਾ। ਦੂਜਾ ਬੇਟਾ ਤੁਹਾਡੇ ਕੋਲ ਕੁਐਸ਼ਨ ਕੀ ਹੈ, ਸਾਡੇ ਕੋਲ ਪ੍ਰੈਟੀਨੈਂਟ ਕੁਐਸ਼ਨ ਕੀ ਸੀ ਸਾਡੇ ਕੋਲ, ਦੈਟ ਇਜ਼ ਰਿਡਿਊਸਡ ਯੀਲਡਸ। ਜੇ ਰਿਡਿਊਸ ਯੀਲਡ ਹੈ ਬੇਟਾ ਆਰਗੈਨਿਕਸ ਫਾਰਮਿੰਗ ਦੇ ਥਰੂ, ਉਹ ਅਸੀਂ ਕਿੱਦਾਂ ਪੂਰੀ ਕਰਨੀ ਹੈ, ਅਤੇ ਉਹਦੇ ਲਈ ਤੁਸੀਂ ਕਿਸ ਤਰ੍ਹਾਂ ਨੂੰ ਪੂਰਾ ਕਰ ਸਕੋਗੇ। ਇਟ ਨੀਡਸ ਟੂ ਇਮੈਜੀਨੇਸ਼ਨ ਟੂ ਪਰਸੀਵ ਦੈਟ at global or national level the reduced crop yield by following organic farming can upset the whole economy beside pushing up the problems of widespread hunger। ਔਰ ਬੇਟਾ ਜਿੰਨੀ ਵੀ ਸਾਡੇ ਕੋਲ ਆਰਗੈਨਿਕ ਫਾਰਮਿੰਗ ਅਗਰ ਇਹ ਇਜ਼ ਨਾਟ ਗਿਵਿੰਗ ਅਸ ਅ ਪ੍ਰੋਪਰ ਰਿਜ਼ਲਟ, ਸੋ ਅਲਟੀਮੇਟਲੀ ਇਟ ਵਿਲ upset or ultimately it will disturb the whole economy of our country। this will create a widespread problem of hunger। ਬੇਟਾ ਇਹਦੇ ਨਾਲ ਤੁਹਾਡੇ ਕੋਲ ਇਕੋਨਮੀ ਡਿਸਟਰਬ ਹੋਏਗੀ, ਇਕੋਨਮੀ ਡਿਸਟਰਬ ਹੋਣ ਦੇ ਨਾਲ ਜਿੰਨੇ ਵੀ ਬੇਟਾ ਭੁੱਖਮਰੀ ਹੈ ਉਹ ਇਹ ਪੂਰੇ ਦੇਸ਼ ਫੈਲ ਜਾਏਗੀ। ਕਿਉਂਕਿ ਆਰਗੈਨਿਕ ਫਾਰਮਿੰਗ ਇੰਨੀ ਜ਼ਿਆਦਾ ਪ੍ਰੋਡਕਸ਼ਨ ਜਦੋਂ ਅਵੇਲੇਬਿਲਿਟੀ ਨਹੀਂ ਹੋਏਗੀ ਡਾਈਜੈਸਟਡ ਮੈਨਿਓਰ ਦੀ ਜਾਂ ਆਰਗੈਨਿਕ ਮੈਨਿਓਰ ਦੀ, ਅਤੇ ਉਹਦੇ ਨਾਲ ਉਹ ਕ੍ਰੋਪ ਦੀ ਪ੍ਰੋਡਕਟੀਵਿਟੀ ਆ ਉਹ ਵੀ ਸਾਰੀ ਦੀ ਸਾਰੀ ਕੀ ਹੋ ਜਾਏਗੀ, ਰਿਡਿਊਸ ਹੋ ਜਾਏਗੀ। ਜਦੋਂ ਪ੍ਰੋਡਕਟੀਵਿਟੀ ਰਿਡਿਊਸ ਹੋਏਗੀ ਅਤੇ ਬੇਟਾ ਸਾਡੇ ਕੋਲ ਜਿਹੜੀ ਇਕੋਨਮੀ ਉਹ ਵੀ ਡਿਸਟਰਬ ਹੋਏਗੀ। ਤਾਂ ਇਹਦੇ ਲਈ ਇੱਕ ਅਟੈਂਪਟ ਹੈ ਕਿ ਇਫ ਯੂ ਵਾਂਟ ਟੂ ਗੋ ਫॉर ਆਰਗੈਨਿਕ ਫਾਰਮਿੰਗ तो then it will the yield reduction due to organic farming is not reported in numbers of crop which include almost all horticultural crops, many pulses, oilseed crop wherein both traditional and improved varieties have been able to maintain their yield level in spite of following organic farming practices।
बेटा कहते अगर जे तुसी जे तुहाडी रिड्यूस है पैदावार ऑर्गेनिक फार्मिंग ते करन ते कोई भी तुहाडी बागबानी फसलां ने हॉर्टिकल्चर क्रॉप ने जिस भावें दालां ने जां ऑयली सीड्स ने ऑयल सीड्स ने ठीक है बेटा इन्हां दे ऑर्गेनिक फार्मिंग्स दे नाल जे तुसी कुछ इदां दियां एह फसलां ने जिन्हां दे नाल तुसीं ऑर्गेनिक प्रैक्टिसिस दे नाल इन्हां दे यील्ड लैवल नूं मेनटेन रख सकदे हो तो जिद्दां सैकेंड है कुछ साढ़े कोल सीरियल क्रॉप्स ने अनाज ने जिन्हां दे विच रिडक्शन एक प्रेडिक्टेबल है जिन्हां लई तुसीं की कर सकते हो ऑर्गेनिक फार्मिंग बहुत ज़्यादा एप्लीकेबल नहीं है जिद्दां असीं उपर कुछ एग्जाम्पल्स पढ़ियां ने जिन्हां दे विच साडे कोल कुछ बागबान ने कुछ फ्रूट क्रॉप्स ने यू कैन सी हियर द कोकोनट मैंगोज सपोटा गुआवा पपाया all these are horticultural crops they can maintain their yield at a proper level through organic farming but if we are talking about the cereals then there is a prediction एक भविष्यवाणी है कि इन्हां दी रिडक्शन होएगी because it have seen in so many cases when somebody switch over to organic farming where for cereal crops there is the nutrient requirement was not met properly by the crop so it has shown so many reduced productivity results so this reduction in production will show that organic farming is not suitable or you can do for cereal crops so similarly you can see over here the practice of organic farming may be further reviewed and strengthened to acquire full range of benefits from the present system methods of manure preparation timely and scientific methods of application in situ incorporation of green manure etc ਕਹਿੰਦੇ ਅਗਰ ਤੁਸੀਂ ਆਰਗੈਨਿਕ ਫਾਰਮਿੰਗ ਅਗਰ ਦੀ ਅਸੀਂ ਸਟੱਡੀ ਕਰਕੇ ਦੇਖਿਆ ਹੈ ਜੇ ਅਸੀਂ ਉਹਨੂੰ ਹੋਰ ਮਜ਼ਬੂਤ ਬਣਾਉਣਾ ਹੈ ਅਸੀਂ ਉਹਦੇ ਤੋਂ ਪੂਰੇ ਪ੍ਰੋਪਰ ਬੈਨੀਫਿਟਸ ਲੈਣੇ ਆ ਤਾਂ ਸਾਨੂੰ ਕੀ ਕਰਨਾ ਪਏਗਾ ਟਾਈਮਲੀ ਮੈਨਿਓਰ ਦੀ ਪ੍ਰੈਪਰੇਸ਼ਨ ਕਰਨੀ ਪਏਗੀ ਵੀ ਵਿਲ ਅਪਲਾਈ ਥੀਜ਼ ਆਰਗੈਨਿਕ ਨਿਊਟ੍ਰੀਐਂਟਸ ਸਾਇੰਟੀਫਿਕਲੀ ਇਨ ਅ ਪ੍ਰੋਪਰ ਵੇ ਔਰ ਡੂਇੰਗ ਇਨਕੋਰਪੋਰੇਸ਼ਨ ਆਫ ਗ੍ਰੀਨ ਮੈਨਿਓਰਸ ਇਨ ਸਿਟੂ ਇਨ ਦਾ ਬੇਟਾ ਇੱਕ ਪਰਟੀਕੂਲਰ ਸਾਈਟ ਤੁਸੀਂ ਬਾਹਰ ਨਹੀਂ ਜਾ ਕੇ ਉੱਥੇ ਹੀ ਪਰਟੀਕੂਲਰ ਸਾਈਟ 'ਤੇ ਹੀ ਪ੍ਰੋਪਰ ਜਿਹੜਾ ਔਰਗੈਨਿਕ ਔਰ ਗ੍ਰੀਨ ਮੈਨਿਓਰਸ ਨੇ ਉਹ ਪ੍ਰਿਪੇਅਰ ਕਰ ਸਕਦੇ ਹੋ ਥਰੂ ਦੀ ਡੀਕੰਪੋਜੀਸ਼ਨ ਔਰ ਬਾਈ ਇਨਕੋਪਰੇਟਿੰਗ agriculture waste or crop residue waste within the field and keep it for some time for the proper decomposition ultimately it will get changed into organic manure that will keep nutrient level in the soil proper so similarly the yield reduction recorded in many crops has not maintained as consistent trend in most of such crops the reduction in yield due to organic farming is temporary it is reported to improve and made stable after a lapse of 3 to 5 years the sustained yield improvement due to organic farming practice as assisted by ਬੇਟਾ ਕਹਿੰਦੇ ਕਿ ਦੇਖਿਆ ਗਿਆ ਹੈ ਕਿ ਜਿਹੜੀ ਆਰਗੈਨਿਕ ਫਾਰਮਿੰਗ ਹੈ ਕੁਛ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਕੁਝ ਪਹਿਲੇ ਸਾਲਾਂ ਦੇ ਵਿੱਚ ਹੀ ਉਹਦੀ ਰਿਡਕਸ਼ਨ ਹੁੰਦੀ ਹੈ ਇਹ ਉਹਦੇ ਯੀਲਡ ਦੇ ਵਿੱਚ ਔਰ ਜਿਹੜੀ ਰਿਡਕਸ਼ਨ ਹੈ ਇਟ ਇਜ਼ ਟੈਂਪਰੇਰੀ ਨਾਟ ਪਰਮਾਨੈਂਟ ਆਫਟਰ ਡੂਇੰਗ ਕੰਟੀਨਿਊਸਲੀ ਫॉर 2-3 years after 3-5 years ultimately we will able to get sustained yield or we will get good results of production so here through the assessment of presently allowed practice such as a method of manure preparation and timing a method of application and if we are doing proper manure preparation properly or timely or we apply it at a proper time so it will give 100% results or you can say proper or sustainable results so you don't say ki if we are doing organic farming we will always in
in loss, not it will be profitable, but after some 3 or 5 years. Full exploitation of available resources in the system to utilize all biomass generated from production, or don't throw out the waste, or agricultural waste, or you can farmyard waste, or animal waste, or different type of you can say biomass. Don't throw it in a waste. Use is properly, use the all biomass properly, and generate organic manure. So this will keep our ecosystem sustained, and a system of organic farming a sustainable system. So we will get a huge quantity of organic manure, and this manure will able to uh, fulfill the requirement of nutrients for the crop that we are cultivating under organic farming. So here at the last we came to the conclusion कि we are doing organic farming, we will get good result, but after 3 or 5 years. Or while doing organic farming, keep in mind, do each and every practices timely, properly, and yeah, definitely you will get a good results from the organic farming. And then the unproductive sterile system is being changed into productive system. You will be able to maintain production and productivity of crop through organic farming properly. This is all about today's lecture. All the best. I think you all got whatever I explained you. All the best.